ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਸੀ। ਮੇਰਾ ਪਤੀ ਅਤੇ ਸੱਸ ਬਹੁਤ ਚੰਗੇ ਸੀ ਅਤੇ ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਸੱਸ ਹਰ ਰੋਜ਼ ਮੈਨੂੰ ਦੁੱਧ ਵਿੱਚ ਕੁਝ ਮਿਲਾ ਕੇ ਪਿਲਾ ਦਿੰਦੀ ਸੀ, ਜਿਸ ਤੋਂ ਬਾਅਦ ਮੈਨੂੰ ਬਹੁਤ ਨੀਂਦ ਆ ਜਾਂਦੀ ਸੀ। ਫਿਰ ਇੱਕ ਦਿਨ ਮੈਂ ਆਪਣੀ ਸੱਸ ਦਾ ਧਿਆਨ ਹੋਰ ਪਾਸੇ ਵਟਾ ਕੇ ਦੁੱਧ ਨਹੀਂ ਪੀਤਾ ਅਤੇ ਉਸ ਤੋਂ ਬਾਅਦ ਜੋ ਮੈਂ ਦੇਖਿਆ ਉਹ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੇਰਾ ਨਾਮ ਰਜਨੀ ਹੈ ਅਤੇ ਮੇਰੇ ਘਰ ਬਹੁਤ ਗਰੀਬੀ ਸੀ। ਮੈਂ ਹਜੇ 20 ਸਾਲ ਦੀ ਹੀ ਹੋਈ ਸੀ ਕਿ ਮੇਰੇ ਘਰਦਿਆਂ ਨੂੰ ਮੇਰੇ ਵਿਆਹ ਦੀ ਫਿਕਰ ਹੋਣ ਲੱਗ ਗਈ। ਮੇਰੇ ਲਈ ਬਹੁਤ ਰਿਸ਼ਤੇ ਆਉਂਦੇ ਸੀ ਕਿਉਂਕਿ ਮੈਂ ਬਹੁਤ ਖੂਬਸੂਰਤ ਸੀ। ਘਰ 'ਚ ਗਰੀਬੀ ਹੋਣ ਕਰਕੇ ਕੋਈ ਵੀ ਰਿਸ਼ਤਾ ਸਿਰੇ ਨਹੀਂ ਚੜ੍ਹਦਾ ਸੀ ਕਿਉਂਕਿ ਹਰ ਕੋਈ ਦਹੇਜ ਦੀ ਮੰਗ ਕਰਦਾ ਸੀ। ਫਿਰ ਕੁਝ ਹੀ ਦਿਨਾਂ ਬਾਅਦ ਇੱਕ ਰਾਜੀਵ ਨਾਮ ਦੇ ਮੁੰਡੇ ਦਾ ਰਿਸ਼ਤਾ ਆਇਆ, ਜਿਨ੍ਹਾਂ ਦੀ ਕੋਈ ਵੀ ਡਿਮਾਂਡ ਨਹੀਂ ਸੀ ਅਤੇ ਘਰ-ਬਾਰ ਵੀ ਵਧੀਆ ਸੀ ਅਤੇ ਪਰਿਵਾਰ ਵਿੱਚ ਸਿਰਫ ਮੁੰਡਾ ਅਤੇ ਉਸਦੀ ਮੰਮੀ ਸੀ। ਫਿਰ ਮੇਰੇ ਘਰ ਵਾਲਿਆਂ ਨੇ ਵਿਆਹ ਲਈ ਹਾਂ ਕਰ ਦਿੱਤੀ। ਇੱਕ ਹਫ਼ਤੇ ਬਾਅਦ ਹੀ ਸਾਡਾ ਵਿਆਹ ਹੋ ਗਿਆ। ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਗਈ ਤਾਂ ਇੰਨੀ ਸੋਹਣੀ ਅਤੇ ਆਲੀਸ਼ਾਨ ਕੋਠੀ ਦੇਖ ਕੇ ਮੈਂ ਬਹੁਤ ਖੁਸ਼ ਹੋਈ ਅਤੇ ਮੇਰਾ ਕਮਰਾ ਉਸ ਤੋਂ ਵੀ ਜ਼ਿਆਦਾ ਸੋਹਣਾ ਸੀ। ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰਾ ਪਤੀ ਅਤੇ ਸੱਸ ਦੋਨੋਂ ਹੀ ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਸੱਸ ਘਰ ਦਾ ਸਾਰਾ ਕੰਮ ਆਪ ਹੀ ਕਰ ਲੈਂਦੀ ਸੀ, ਮੈਨੂੰ ਕਦੇ ਕੋਈ ਕੰਮ ਕਰਨ ਲਈ ਨਹੀਂ ਕਹਿੰਦੀ ਸੀ। ਰਾਜੀਵ ਹਰ ਰੋਜ਼ ਕੰਮ 'ਤੇ ਜਾਂਦੇ ਸੀ ਅਤੇ ਉਹਨਾਂ ਦੀ ਰੋਟੀ ਵੀ ਮੇਰੀ ਸੱਸ ਟਾਈਮ ਨਾਲ ਉੱਠ ਕੇ ਬਣਾ ਦਿੰਦੇ ਸੀ ਅਤੇ ਮੈਨੂੰ ਕਹਿੰਦੇ ਸੀ ਕਿ ਤੂੰ ਆਰਾਮ ਕਰਿਆ ਕਰ। ਕੁਝ ਟਾਈਮ ਬਾਅਦ ਹੀ ਮੈਂ ਪ੍ਰੈਗਨੈਂਟ ਹੋ ਗਈ ਅਤੇ ਫਿਰ ਮੇਰੀ ਸੱਸ ਮੇਰਾ ਹੋਰ ਵੀ ਜ਼ਿਆਦਾ ਕਰਨ ਲੱਗ ਗਏ। ਰੋਟੀ ਪਾਣੀ ਤੋਂ ਲੈ ਕੇ ਦਵਾਈ ਤੱਕ ਉਹ ਸਭ ਕੁਝ ਮੈਨੂੰ ਆਪ ਬੈੱਡ 'ਤੇ ਹੀ ਦਿੰਦੇ। ਅਚਾਨਕ ਕੁਝ ਦਿਨਾਂ ਬਾਅਦ ਮੇਰੇ ਬਹੁਤ ਦਰਦ ਹੋਈ ਅਤੇ ਮੇਰਾ ਬੱਚਾ ਪੇਟ ਵਿੱਚ ਹੀ ਪੂਰਾ ਹੋ ਗਿਆ ਅਤੇ ਇਸ ਤੋਂ ਬਾਅਦ ਮੈਂ ਬਹੁਤ ਉਦਾਸ ਰਹਿਣ ਲੱਗ ਗਈ। ਫਿਰ ਮੈਨੂੰ ਰਾਜੀਵ ਨੇ ਹੌਸਲਾ ਦਿੰਦੇ ਹੋਏ ਕਿਹਾ ਕਿ ਸਭ ਕੁਝ ਸਹੀ ਹੋ ਜਾਣਾ ਬਹੁਤਾ ਸੋਚੀਦਾ ਨਹੀਂ ਹੁੰਦਾ। ਕੁਝ ਟਾਈਮ ਬਾਅਦ ਮੈਂ ਫਿਰ ਪ੍ਰੈਗਨੈਂਟ ਹੋ ਗਈ, ਪਰ ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਹੀ ਹੋਇਆ ਅਤੇ ਮੇਰਾ ਬੱਚਾ ਇਸ ਦੁਨੀਆ 'ਤੇ ਆਉਣ ਤੋਂ ਪਹਿਲਾਂ ਹੀ ਮੈਨੂੰ ਛੱਡ ਕੇ ਚਲਾ ਗਿਆ। ਮੇਰੇ ਨਾਲ 4 ਵਾਰ ਇਸ ਤਰ੍ਹਾਂ ਹੋਇਆ। ਮੈਂ ਹੁਣ ਬਹੁਤ ਜ਼ਿਆਦਾ ਉਦਾਸ ਅਤੇ ਬਿਮਾਰ ਰਹਿਣ ਲੱਗ ਗਈ ਸੀ। ਮੇਰੇ ਵਿੱਚ ਉੱਠਣ ਦੀ ਵੀ ਹਿੰਮਤ ਨਹੀਂ ਸੀ ਰਹੀ। ਪਰ ਇੱਕ ਗੱਲ ਸੀ, ਮੈਂ ਜਦੋਂ ਵੀ ਬਿਮਾਰ ਹੁੰਦੀ ਤਾਂ ਮੇਰੀ ਸੱਸ ਆਪ ਹੀ ਦਵਾਈ ਲੈ ਕੇ ਆਉਂਦੀ ਅਤੇ ਮੈਨੂੰ ਕਹਿੰਦੀ, ਤੂੰ ਘਰੇ ਰਹਿ, ਕਿਉਂ ਐਵੇਂ ਪਰੇਸ਼ਾਨ ਹੋਣਾ, ਬਾਹਰ ਜ਼ਮਾਨਾ ਬਹੁਤ ਖਰਾਬ ਆ। ਮੈਨੂੰ ਇਹ ਗੱਲ ਕੁਝ ਠੀਕ ਨਹੀਂ ਲੱਗ ਰਹੀ ਸੀ। ਉਹ ਮੈਨੂੰ ਹਰ ਰੋਜ਼ ਰਾਤ ਨੂੰ ਦੁੱਧ ਨਾਲ ਦਵਾਈ ਦਿੰਦੀ ਸੀ, ਜਿਸ ਤੋਂ ਬਾਅਦ ਮੈਨੂੰ ਬਹੁਤ ਨੀਂਦ ਆ ਜਾਂਦੀ ਸੀ ਅਤੇ ਸਿੱਧਾ ਸਵੇਰੇ ਅੱਖ ਖੁੱਲ੍ਹਦੀ ਸੀ। ਇੱਕ ਦਿਨ ਅਚਾਨਕ ਮੇਰੀ ਨੀਂਦ ਖੁੱਲ੍ਹ ਗਈ ਅਤੇ ਮੈਂ ਪਾਣੀ ਪੀਣ ਲਈ ਬਾਹਰ ਗਈ ਤਾਂ ਮੇਰੀ ਸੱਸ ਦੇ ਕਮਰੇ ਵਿੱਚੋਂ ਹੱਸਣ ਦੀ ਆਵਾਜ਼ ਆ ਰਹੀ ਸੀ। ਜਦੋਂ ਮੈਂ ਕੋਲ ਜਾ ਕੇ ਸੁਣਿਆ ਤਾਂ ਇਹ ਆਵਾਜ਼ ਮੇਰੀ ਸੱਸ ਦੀ ਸੀ ਅਤੇ ਫਿਰ ਉਸੇ ਕਮਰੇ ਵਿੱਚੋਂ ਮੇਰੇ ਪਤੀ ਦੀ ਆਵਾਜ਼ ਆਈ ਕਿ ਹੌਲੀ ਹੱਸ ਰਜਨੀ, ਉੱਠ ਜਾਏਗੀ। ਤਾਂ ਮੇਰੀ ਸੱਸ ਨੇ ਕਿਹਾ, ਉਹਦੀ ਫਿਕਰ ਕਰਨ ਦੀ ਲੋੜ ਨਹੀਂ, ਉਹਨੂੰ ਮੈਂ ਨੀਂਦ ਦੀਆਂ ਗੋਲੀਆਂ ਦੇ ਕੇ ਆਈ ਹਾਂ। ਇਹ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਅਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਮੇਰੇ ਨਾਲ ਕੀ ਹੋ ਰਿਹਾ। ਫਿਰ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ ਅਤੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਮੈਂ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣ ਦਿੱਤਾ ਕਿ ਮੈਂ ਰਾਤ ਕੋਈ ਗੱਲਾਂ ਸੁਣੀਆਂ। ਮੈਂ ਸੋਚ ਲਿਆ ਸੀ ਕਿ ਅੱਜ ਰਾਤ ਸਾਰੇ ਸੱਚ ਦਾ ਪਤਾ ਕਰਕੇ ਹੀ ਰਹਿਣਾ। ਜਦੋਂ ਰਾਤ ਨੂੰ ਮੇਰੀ ਸੱਸ ਦੁੱਧ ਨਾਲ ਦਵਾਈ ਲੈ ਕੇ ਆਈ ਤਾਂ ਮੈਂ ਉਸ ਦਾ ਧਿਆਨ ਹੋਰ ਪਾਸੇ ਵਟਾ ਕੇ ਦਵਾਈ ਸਿਰਹਾਣੇ ਪਿੱਛੇ ਲੁਕੋ ਦਿੱਤੀ ਅਤੇ ਇਸ ਤਰ੍ਹਾਂ ਜਤਾਇਆ ਕਿ ਮੈਂ ਦਵਾਈ ਖਾ ਲਈ ਹੈ ਅਤੇ ਫਿਰ ਉਹ ਉੱਠ ਕੇ ਚਲੀ ਗਈ। ਕੁਝ ਟਾਈਮ ਬਾਅਦ ਜਦੋਂ ਮੈਂ ਉੱਠ ਕੇ ਬਾਹਰ ਗਈ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ। ਰਾਜੀਵ ਮੇਰੀ ਸੱਸ ਨੂੰ ਕਹਿ ਰਹੇ ਸੀ ਕਿ ਸੁਨੀਤਾ ਆਪਣੇ ਦੋਹਾਂ ਦੇ ਬੱਚਾ ਨਹੀਂ ਹੋ ਰਿਹਾ ਸੀ, ਇਸ ਲਈ ਤੂੰ ਮੇਰਾ ਵਿਆਹ ਰਜਨੀ ਨਾਲ ਕਰਵਾਇਆ ਸੀ ਕਿ ਉਹ ਸਾਨੂੰ ਬੱਚਾ ਪੈਦਾ ਕਰਕੇ ਦੇਵੇਗੀ, ਪਰ ਹੁਣ ਤਾਂ ਉਹ ਵੀ ਮਾਂ ਨਹੀਂ ਬਣ ਸਕਦੀ ਅਤੇ ਮੈਂ ਸਾਰੀ ਉਮਰ ਬੇ ਔਲਾਦ ਨਹੀਂ ਰਹਿਣਾ ਚਾਹੁੰਦਾ।
ਫਿਰ ਸੁਨੀਤਾ ਬੋਲੀ ਕਿ ਤੁਸੀਂ ਟੈਨਸ਼ਨ ਨਾ ਲਵੋ, ਮੈਂ ਤੁਹਾਡਾ ਵਿਆਹ ਕਿਸੇ ਹੋਰ ਸੋਹਣੀ ਕੁੜੀ ਨਾਲ ਕਰਵਾ ਦੇਵਾਂਗੀ ਤੇ ਰਜਨੀ ਨੇ ਤਾਂ ਵੈਸੇ ਵੀ ਹੋਰ ਥੋੜ੍ਹੇ ਸਮੇਂ ਤੱਕ ਮਰ ਹੀ ਜਾਣਾ। ਮੇਰੀਆਂ ਦਿੱਤੀਆਂ ਦਵਾਈਆਂ ਨਾਲ ਉਹ ਬਹੁਤਾ ਟਾਈਮ ਨਹੀਂ ਬਚ ਸਕਦੀ। ਇਹ ਸਭ ਸੁਣ ਕੇ ਮੇਰੇ ਤਾਂ ਪੈਰਾਂ ਥੱਲੋਂ ਜਿਵੇਂ ਜ਼ਮੀਨ ਹੀ ਨਿਕਲ ਗਈ ਕਿ ਜਿਸ ਨੂੰ ਮੈਂ ਆਪਣੀ ਸੱਸ ਸਮਝਦੀ ਸੀ ਉਹ ਤਾਂ ਮੇਰੇ ਪਤੀ ਦੀ ਘਰਵਾਲੀ ਸੀ ਤੇ ਮੈਨੂੰ ਮਾਰਨਾ ਚਾਹੁੰਦੀ ਸੀ। ਮੇਰੀ ਸਾਰੀ ਰਾਤ ਇਹਨਾਂ ਸੋਚਾਂ ਵਿੱਚ ਹੀ ਨਿਕਲ ਗਈ ਕਿ ਜਦੋਂ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਕਿੰਨੀ ਜ਼ਿਆਦਾ ਖੁਸ਼ ਸੀ ਤੇ ਹੁਣ ਮੇਰੇ ਨਾਲ ਇਹ ਸਭ ਕਿਉਂ ਹੋ ਰਿਹਾ। ਫਿਰ ਮੈਂ ਅਗਲੀ ਸਵੇਰ ਸੋਚ ਲਿਆ ਸੀ ਕਿ ਮਰ ਤਾਂ ਮੈਂ ਜਾਣਾ ਹੀ ਆ, ਪਰ ਉਸ ਤੋਂ ਪਹਿਲਾਂ ਮੈਂ ਸੁਨੀਤਾ ਨੂੰ ਪੁੱਛ ਕੇ ਹੀ ਰਹਿਣਾ ਕਿ ਉਹਨਾਂ ਨੇ ਮੇਰੇ ਨਾਲ ਇਹ ਸਭ ਕਿਉਂ ਕੀਤਾ। ਮੈਂ ਸੁਨੀਤਾ ਦੇ ਕਮਰੇ ਵਿੱਚ ਗਈ ਤੇ ਉਸਨੂੰ ਕਿਹਾ ਕਿ ਤੂੰ ਮੇਰੀ ਸੱਸ ਨਹੀਂ, ਰਾਜੀਵ ਦੀ ਪਤਨੀ ਹੈ। ਮੇਰੇ ਨਾਲ ਇਹ ਧੋਖਾ ਕਿਉਂ ਕੀਤਾ। ਇਹ ਸੁਣ ਕੇ ਉਹ ਸਮਝ ਗਈ ਕਿ ਮੈਨੂੰ ਸਾਰੇ ਸੱਚ ਦਾ ਪਤਾ ਲੱਗ ਗਿਆ ਹੈ ਤੇ ਉਹ ਉੱਚੀ ਆਵਾਜ਼ ਵਿੱਚ ਬੋਲੀ ਕਿ ਹਾਂ, ਮੈਂ ਰਾਜੀਵ ਦੀ ਪਤਨੀ ਹਾਂ। ਮੈਂ ਮਾਂ ਨਹੀਂ ਬਣ ਸਕਦੀ, ਇਸ ਲਈ ਉਹਦਾ ਵਿਆਹ ਤੇਰੇ ਨਾਲ ਕਰਵਾਇਆ ਸੀ ਕਿਉਂਕਿ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਆਪਣਾ ਬੱਚਾ ਹੋਵੇ। ਪਰ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਕੁੜੀ ਰਾਜੀਵ ਦੇ ਬੱਚੇ ਨੂੰ ਜਨਮ ਦੇਵੇ ਕਿਉਂਕਿ ਮੈਂ ਉਸਨੂੰ ਬਹੁਤ ਪਿਆਰ ਕਰਦੀ ਹਾਂ ਤੇ ਹਰ ਵਾਰੀ ਤੇਰੇ ਬੱਚੇ ਨੂੰ ਵੀ ਮੈਂ ਹੀ ਦਵਾਈ ਦੇ ਕੇ ਮਾਰਿਆ ਤੇ ਹੁਣ ਤੈਨੂੰ ਵੀ ਮਾਰ ਦੇਣਾ। ਇਹ ਸੁਣ ਕੇ ਮੈਂ ਉੱਥੋਂ ਭੱਜ ਗਈ, ਪਰ ਉਸਨੇ ਮੈਨੂੰ ਫੜ ਲਿਆ ਤੇ ਕਮਰੇ ਵਿੱਚ ਬੰਦ ਕਰ ਦਿੱਤਾ। ਕਮਰੇ ਦੀ ਖਿੜਕੀ ਖੁੱਲ੍ਹੀ ਸੀ ਤੇ ਮੈਂ ਉੱਥੋਂ ਭੱਜ ਕੇ ਆਪਣੇ ਘਰ ਚਲੀ ਗਈ। ਫਿਰ ਸ਼ਾਮ ਨੂੰ ਖਬਰ ਮਿਲੀ ਕਿ ਸੁਨੀਤਾ ਤੇ ਰਾਜੀਵ ਮੇਰੀ ਫੋਟੋ ਲੈ ਕੇ ਮੈਨੂੰ ਲੱਭ ਰਹੇ ਸੀ ਕਿ ਸੜਕ ਪਾਰ ਕਰਨ ਲੱਗਿਆਂ ਦੋਹਾਂ ਦਾ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ। ਇਸ ਲਈ ਜੇ ਕੋਈ ਕਿਸੇ ਨਾਲ ਮਾੜਾ ਕਰਦਾ ਤੇ ਬੁਰਾ ਸੋਚਦਾ ਹੈ ਤਾਂ ਉਸ ਨਾਲ ਵੀ ਇੱਕ ਨਾ ਇੱਕ ਦਿਨ ਮਾੜਾ ਜ਼ਰੂਰ ਹੁੰਦਾ ਹੈ।